ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਨੂੰ 9/12 ਤੇ ਅੱਜ ਦੀ ਦੋ ਕੈਬਨਿਟ ਮੀਟਿੰਗ ਜਿਹੜੀਆਂ ਹੋਈਆਂ, ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਜੋ ਫੈਸਲੇ ਲਏ ਹੈ ਉਹਨਾਂ ਬਾਰੇ ਜਾਣਕਾਰੀ ਦੇਣ ਵਾਸਤੇ ਅੱਜ ਬੁਲਾਇਆ। ਸੋ ਇੱਕ ਤਾਂ ਕੋਈ ਵੀ ਜ਼ਿਮੀਂਦਾਰ ਜਾਂ ਜ਼ਮੀਨ ਜਿਹਦੀ ਵੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਅੱਗੇ ਸਾਡੀ ਸਰਕਾਰ ਆ ਜਿਹੜੀ ਹੁਣ ਮੌਜੂਦਾ ਇਸ ਦੇ ਆਉਣ ਤੋਂ ਪਹਿਲਾਂ ਜੇ ਕੋਈ ਮਿੱਟੀ ਚੱਕਦਾ ਸੀ ਤਾਂ ਰਾਇਲਟੀ ਲੱਗਦੀ ਸੀ, ਰਾਇਲਟੀ ਵਾਲੇ ਆ ਜਾਂਦੇ ਸੀ। ਹੁਣ ਇਹ ਕੰਮ ਬਿਲਕੁਲ ਖਤਮ ਹੋ ਗਿਆ ਹੈ। ਕੈਬਨਿਟ ਦੇ ਵਿੱਚ ਵੀ ਅਸੀਂ ਪਾਸ ਕਰ ਦਿੱਤਾ ਹੈ 3 ਫੁੱਟ ਤੱਕ ਕੋਈ ਵੀ ਆਪਣੀ ਮਿੱਟੀ ਫ੍ਰੀ ਆਫ ਕਾਸਟ ਚੱਕ ਸਕਦਾ, ਕਿਸੇ ਮਨਜ਼ੂਰੀ ਦੀ ਲੋੜ ਨਹੀਂ, ਕੋਈ ਰਾਇਲਟੀ ਨਹੀਂ ਲੱਗਣੀ, ਕੋਈ ਮਾਈਨਿੰਗ ਪਾਲਿਸੀ ਨਹੀਂ ਲੱਗਣੀ। ਉਹਨਾਂ ਪਰ ਮਾਈਨਿੰਗ ਪਾਲਿਸੀ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੇ ਭੱਠੇ ਵਾਲੇ ਆ ਉਹ ਜਿਹੜੀ ਜ਼ਮੀਨ ਵਿੱਚੋਂ ਇੱਟਾਂ ਬਣਾਉਂਦੇ ਆ ਉਹਦੇ ਪਰ ਟੈਕਸ ਲੱਗਦਾ ਸੀ, ਮਾਈਨਿੰਗ ਦੀ ਪਾਲਿਸੀ ਲੱਗਦੀ ਸੀ। ਐਸੀ ਉਹਨਾਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਹੈ। ਭੱਠੇ ਵਾਲਿਆਂ ਨੂੰ ਕੋਈ ਰਾਇਲਟੀ ਨਹੀਂ ਲੱਗੇਗੀ, ਕੋਈ ਜਾ ਕੇ ਤੰਗ ਨਹੀਂ ਕਰੇਗਾ। ਆਪਣੀ ਇੱਟਾਂ ਬਣਾਉਣ ਵਾਸਤੇ ਜ਼ਿਮੀਂਦਾਰ ਤੋਂ ਮਿੱਟੀ ਖਰੀਦ ਕੇ ਜ਼ਿਮੀਂਦਾਰ ਦੇ ਪੈਸੇ ਦੇ ਕੇ ਉਹ 3 ਫੁੱਟ ਤੱਕ ਜਦ ਮਰਜ਼ੀ ਚੱਕ ਸਕਦੇ, ਕਿਸੇ ਨੂੰ ਕੋਈ ਰੋਕ ਨਹੀਂ ਹੈ। ਤੇ ਅੱਜ ਵੀ ਭੱਠੇ ਵਾਲਿਆਂ ਨੇ ਮੇਰਾ ਆ ਕੇ ਇੱਕ ਪ੍ਰੋਗਰਾਮ ਦੇ ਵਿੱਚ ਧੰਨਵਾਦ ਕੀਤਾ ਹੈ, ਮੈਨੂੰ ਸਨਮਾਨ ਵੀ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਭੱਠੇ ਵਾਲਿਆਂ ਨੂੰ ਬਚਾ ਲਿਆ ਹੈ। ਇਹਦੇ ਨਾਲ ਇੱਟਾਂ ਵੀ ਸਸਤੀਆਂ ਹੋਣਗੀਆਂ, ਰਾਇਲਟੀ ਖਤਮ ਹੋ ਗਈ ਹੈ, ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅਗਲਾ ਸਾਡਾ ਜਿਹੜਾ ਫੈਸਲਾ ਸਫਾਈ ਸੇਵਕ ਤੇ ਸੀਵਰਮੈਨ ਤੇ ਕੰਟਰੈਕਟ ਤੇ ਲੱਗੇ ਨਗਰ ਨਿਗਮਾਂ ਤੇ ਮਿਊਨਿਸਪਲ ਕਮੇਟੀਆਂ ਦੇ ਕਰਮਚਾਰੀ, ਉਹਨਾਂ ਨੂੰ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਕੰਟਰੈਕਟ ਬੇਸ ਤੇ ਲੱਗੇ ਹੋਏ ਆ ਉਹਨਾਂ 'ਚ 10 ਸਾਲ ਵਾਲੀ ਸ਼ਰਤ ਨਹੀਂ ਹੋਏਗੀ। ਉਹਨਾਂ ਨੂੰ ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਫੈਸਲਾ ਹੋਇਆ ਸੀ, ਉਹਨਾਂ ਨੇ ਲਾਗੂ ਨਹੀਂ ਸੀ ਕੀਤਾ। ਅਸੀਂ ਉਸ ਫੈਸਲੇ ਨੂੰ ਲਾਗੂ ਕਰ ਰਹੇ ਹਾਂ। ਮਿਊਨਿਸਪਲ ਕਮੇਟੀਆਂ ਦੇ ਵਿੱਚ ਸੀਵਰਮੈਨ, ਸਫਾਈ ਸੇਵਕ ਜਾਂ ਕਰਮਚਾਰੀ ਕੰਟਰੈਕਟ ਬੇਸ ਤੇ ਜਿਹੜੇ ਲੱਗੇ ਹੋਏ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਜਿਹੜੇ ਆਊਟਸੋਰਸ ਲੱਗੇ ਹੋਏ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾ ਰਿਹਾ ਹੈ। ਇਹ ਪੰਜਾਬ ਸਰਕਾਰ ਨੇ ਫੈਸਲਾ ਕਰ ਦਿੱਤਾ ਹੈ। ਮਿਊਨਿਸਪਲ ਕਮੇਟੀਆਂ ਨੇ ਮਤਾ ਪਾ ਕੇ ਭੇਜਣਾ ਹੈ, ਉਹ ਲਾਗੂ ਹੋ ਜਾਏਗਾ। ਇਸ ਕਰਕੇ ਜੇ ਕਿਸੇ ਮਿਊਨਿਸਪਲ ਕਮੇਟੀ ਨੇ ਮਤਾ ਨਹੀਂ ਪਾਇਆ, ਵੈਸੇ ਤਾਂ ਸਾਰਿਆਂ ਨੇ ਪਾ ਦਿੱਤਾ ਹੈ, ਉਹ ਆਪਣਾ ਪਾ ਕੇ ਭੇਜ ਦੇਣ। ਸਫਾਈ ਕਰਮਚਾਰੀ, ਸੀਵਰਮੈਨ, ਟਰੈਕਟਰਾਂ ਦੇ ਲੱਗੇ ਡਰਾਈਵਰ ਜਿਹੜੇ ਕੂੜਾ ਢੋਂਦੇ ਹੈ ਜਾਂ ਗੱਡੀਆਂ ਦੇ ਉੱਪਰ ਜਿਹੜੇ ਕੂੜਾ ਢੋਂਦੇ ਹੈ ਉਹਨਾਂ ਨੂੰ ਪੱਕਾ ਕਰਨ ਦਾ ਫੈਸਲਾ ਸਰਕਾਰ ਨੇ ਕਰ ਲਿਆ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ 10ਵੀਂ ਤੱਕ ਪਾਸ ਹੋਵੇ, ਇਹ ਪਹਿਲਾਂ ਸਰਕਾਰ ਦੇ ਵਿੱਚ ਤਾਂ ਸੀਗਾ ਲੇਕਿਨ ਕਾਰਪੋਰੇਸ਼ਨ ਬੋਰਡਾਂ ਵਿੱਚ ਨਹੀਂ ਸੀ। ਬਾਕੀ ਜਿਹੜੇ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਉਹਨਾਂ ਵਿੱਚ ਨਹੀਂ ਸੀ। ਉਹਨਾਂ ਵਿੱਚ ਵੀ ਸਰਕਾਰ ਨੇ ਫੈਸਲਾ ਲੈ ਲਿਆ ਕਿ ਕਿਸੇ ਨੇ ਨੌਕਰੀ ਲੱਗਣਾ ਹੈ ਤਾਂ 10ਵੀਂ ਤੱਕ ਪੰਜਾਬੀ ਪਹਿਲਾਂ ਪਾਸ ਹੋਣੀ ਚਾਹੀਦੀ ਤਾਂ ਉਹਨੂੰ ਨੌਕਰੀ ਮਿਲੇਗੀ। ਇਹਦੇ ਨਾਲ ਜਿਹੜੇ ਬਾਹਰ ਤੋਂ ਆ ਕੇ ਨੌਕਰੀ ਭਾਲਦੇ ਆ ਉਹਨਾਂ ਨੂੰ ਰੋਕ ਕੇ ਪੰਜਾਬੀਆਂ ਨੂੰ ਹੀ ਨੌਕਰੀ ਮਿਲੇਗੀ। ਪਾਣੀ ਦੇ ਏਰੀਆ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਗਈ ਸੀ। ਪਿੰਡਾਂ ਦੇ ਵਿੱਚ ਕਨਫਿਊਜ਼ਨ ਸੀਗੀ, ਅਸੀਂ ਕਲੀਅਰ ਕਰ ਦਿੱਤਾ ਹੈ ਕੈਬਨਿਟ ਦੇ ਵਿੱਚ ਕਿ ਪੁਰਾਣੇ ਬਕਾਏ ਪਾਣੀ ਦੇ ਜਿਹੜੇ ਪਿੰਡਾਂ ਦੇ ਵਿੱਚ ਖੜੇ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਮਾਫ ਕਰ ਦਿੱਤਾ ਹੈ। ਪੁਰਾਣੇ ਬਕਾਏ ਦੇਣ ਦੀ ਲੋੜ ਨਹੀਂ। ਅੱਗੇ ਨੂੰ 50 ਰੁਪਏ ਫਲੈਟ ਰੇਟ ਤੇ ਬਿੱਲ ਆਏਗਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ। ਪਹਿਲਾਂ ਪਿੰਡਾਂ ਦੇ ਵਿੱਚ 160 ਰੁਪਇਆ ਸੀ, ਸ਼ਹਿਰਾਂ ਦੇ ਵਿੱਚ 105 ਰੁਪਏ ਤੋਂ ਲੈ ਕੇ 250 ਰੁਪਏ ਤੱਕ ਪਾਣੀ ਦਾ ਬਿੱਲ ਸੀ। ਹੁਣ ਪਿੰਡਾਂ ਤੇ ਸ਼ਹਿਰਾਂ ਦਾ ਫਲੈਟ ਰੇਟ 50 ਰੁਪਏ ਬਿੱਲ ਆਏਗਾ, ਪੁਰਾਣੇ ਬਕਾਏ ਮਾਫ ਹੈ। ਜਿਹੜੀ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਉਹਦਾ ਪੰਜਾਬ ਸਰਕਾਰ ਨੇ 12,000 ਰੁਪਇਆ ਮੁਆਵਜ਼ਾ ਭੇਜਿਆ। ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਸੀ, ਉਗਰਾਹਾਂ ਗਰੁੱਪ ਤੇ ਦੂਸਰੇ ਕਿਸਾਨ ਸਾਡੇ ਨਾਲ ਆਏ ਸੀ ਮਿਲਣ। ਅਸੀਂ ਫੈਸਲਾ ਕੀਤਾ ਸੀ ਉਹਨਾਂ ਦੇ ਨਾਲ ਕਿ ਅਸੀਂ 17,000 ਰੁਪਇਆ
ਜਿਹੜਾ ਮੁਆਵਜ਼ਾ ਕਰ ਦਾਂਗੇ। ਕੈਬਨਿਟ ਨੇ ਕਲੀਅਰ ਕਰ ਦਿੱਤਾ ਹੈ, 12,000 ਡੀਸੀਆਂ ਕੋਲ ਚਲੇ ਗਿਆ ਹੈ, 5-5 ਅਸੀਂ ਹੋਰ ਭੇਜਾਂਗੇ। ਕੈਬਨਿਟ ਦਾ ਫੈਸਲਾ ਹੋ ਗਿਆ ਹੈ। ਨਰਮੇ ਦਾ ਮੁਆਵਜ਼ਾ ਜਿਹੜਾ ਉਹ 17,000 ਰੁਪਇਆ ਪ੍ਰਤੀ ਏਕੜ ਮਿਲੇਗਾ, ਜਿਨ੍ਹਾਂ ਦੀ ਫਸਲ 75% ਤੋਂ ਉੱਪਰ ਖਰਾਬਾ ਹੋਇਆ ਹੈ। ਅੱਜ ਕੈਬਨਿਟ ਨੇ ਇੱਕ ਬਹੁਤ ਹੀ ਅੱਛਾ ਫੈਸਲਾ ਲਿਆ ਹੈ। ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਹੈ, ਲਗਭਗ 400 ਏਕੜ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ 25,000 ਨਵੇਂ ਘਰ ਬਣਾ ਕੇ ਦਿੱਤੇ ਜਾਣਗੇ। ਬਹੁਤ ਹੀ ਉਹਦੇ ਵਿੱਚ ਜ਼ਮੀਨ ਦੀ ਕੀਮਤ ਜਿਹਨੂੰ ਮਕਾਨ ਦੇਣਾ ਉਹ ਤੋਂ ਨਹੀਂ ਲੈਣੀ ਹੈ। ਸਰਕਾਰ ਨੇ ਸਿਰਫ ਜਿਹੜੀ ਉੱਪਰ ਕੰਸਟਰਕਸ਼ਨ ਹੋਣੀ ਹੈ ਉਹਦੀ ਕੀਮਤ ਹੈ ਜਿਹੜੀ ਉਹ ਲੈਣੀ ਹੈ, ਲੇਕਿਨ ਉਹ ਵੀ ਬੈਂਕ ਦੇ ਨਾਲ ਕੰਟਰੈਕਟ ਕਰ ਲਿਆ ਹੈ। ਲਗਭਗ 4,000 ਰੁਪਇਆ ਪ੍ਰਤੀ ਮਹੀਨਾ ਕਿਸ਼ਤ ਤੇ 25,000 ਮਕਾਨ ਅਸੀਂ 25,000 ਲੋਕਾਂ ਨੂੰ ਦਵਾਂਗੇ ਬਣਾ ਕੇ। ਉਸ ਦਾ ਅੱਜ ਕੈਬਨਿਟ ਨੇ ਫੈਸਲਾ ਕਰ ਲਿਆ ਹੈ। 400 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਅਸੀਂ, ਸਾਡੇ ਕੋਲ ਹੈ ਤੇ ਅਸੀਂ ਉਹਦੇ 'ਚ ਬਣਾਉਣ ਲੱਗੇ ਹਾਂ। ਇਹਦੀਆਂ ਦਰਖਾਸਤਾਂ ਲੈ ਕੇ ਲਾਟਰੀ ਸਿਸਟਮ ਨਾਲ ਦਿੱਤਾ ਜਾਏਗਾ। 28 ਨਵੇਂ ਅਦਾਰੇ ਹੈਲਥ ਇੰਸਟੀਟਿਊਸ਼ਨ ਨੂੰ ਅਪਗ੍ਰੇਡ ਕੀਤਾ ਹੈ ਤੇ ਉਹਦੇ ਵਾਸਤੇ 775 ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦਾ ਪ੍ਰਸਤਾਵ ਅੱਜ ਕੈਬਨਿਟ ਨੇ ਸਰਕਾਰ ਨੇ ਪਾਸ ਕਰ ਦਿੱਤਾ ਹੈ ਤੇ 28 ਨਵੇਂ ਅਦਾਰਿਆਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਹੁਣ ਲਿਸਟ ਮੇਰੇ ਕੋਲ ਹੈਗੀ ਹੈ, ਜੇ ਚਾਹੋ ਤਾਂ ਬੋਲ ਵੀ ਦਿੰਨਾ ਹੈ। ਇਹਦੇ ਵਿੱਚ ਲੋਪੋਕੇ, ਮੌੜ ਮੰਡੀ, ਜਲਾਲਾਬਾਦ, ਖਮਾਣੋ, ਬਸੀ ਪਠਾਣਾ, ਜੈਤੋਂ, ਬਟਾਲਾ, ਢਕੌਲੀ, ਲਹਿਰਾ ਗਾਗਾ, ਮੋਰਿੰਡਾ ਦੇ ਕਮਿਊਨਿਟੀ ਸੈਂਟਰ ਹੈਲਥ ਸੈਂਟਰ ਨੂੰ ਸਬ ਡਿਵੀਜ਼ਨ ਹਸਪਤਾਲ ਬਣਾ ਕੇ ਅਪਗ੍ਰੇਡ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਹੈਲਥ ਸੈਂਟਰ ਧਰਮਕੋਟ ਨੂੰ ਅਪਗ੍ਰੇਡ ਕੀਤਾ ਗਿਆ ਹੈ। ਸਿੰਘੋਵਾਲ ਗੁਰਦਾਸਪੁਰ ਦੇ ਵਿੱਚ, ਰਾਜਾ ਝਾਂਸੀ ਅੰਮ੍ਰਿਤਸਰ ਦੇ ਵਿੱਚ, ਭਗੜਾਣਾ ਫਤਿਹਗੜ੍ਹ ਸਾਹਿਬ ਦੇ ਵਿੱਚ, ਕਾਲਾ ਅਫਗਾਨਾ ਗੁਰਦਾਸਪੁਰ ਦੇ ਵਿੱਚ, ਢਿੱਲਵਾਂ ਕਪੂਰਥਲਾ ਦੇ ਵਿੱਚ, ਕੀਰਤਪੁਰ ਸਾਹਿਬ, ਮੁੱਲਾਂਪੁਰ ਦਾਖਾਂ, ਝਾਂਡੀਆਂ ਕਲਾਂ, ਗੜਦੀਵਾਲਾ, ਘੜੂਆਂ, ਬੋਪਾਰਾਏ, ਬਰਨਾਲਾ ਦੇ ਵਿੱਚ, ਹੰਡਿਆਏ, ਖੰਡੂਜ ਫਾਜ਼ਿਲਕਾ 'ਚ, ਨਡਾਲਾ ਕਪੂਰਥਲਾ 'ਚ, ਬਹਿਣੀਵਾਲ ਮਾਨਸਾ 'ਚ, ਸਨੌਰ ਪਟਿਆਲਾ 'ਚ ਤੇ ਪੱਖੋ ਕਲਾਂ, ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਮਰੰਡੇ ਦੇ ਵਿੱਚ ਇੱਕ ਟਰੋਮਾ ਸੈਂਟਰ ਪਾਸ ਕੀਤਾ ਗਿਆ ਹੈ। ਇਸੇ ਤਰ੍ਹਾਂ 229 ਸਕੂਲਾਂ ਨੂੰ ਅੱਜ ਅਸੀਂ ਅਪਗ੍ਰੇਡ ਕਰ ਰਹੇ ਹਾਂ, ਮਿਡਲ ਤੋਂ ਹਾਈ ਜਾਂ ਹਾਈ ਤੋਂ ਹਾਇਰ ਸੈਕੰਡਰੀ। ਇਹ 229 ਸਕੂਲ ਹੈ। ਇਸ ਤੋਂ ਇਲਾਵਾ ਪਿੱਛੇ ਜੇ ਅਸੀਂ 3 ਵੀਲਰ ਵਾਲਿਆਂ ਨੂੰ ਮਿਲੇ ਸੀ ਲੁਧਿਆਣੇ ਦੇ ਵਿੱਚ, ਟੈਕਸੀ ਵਾਲਿਆਂ ਨੂੰ ਮਿਲੇ ਸੀ, ਉਹਨਾਂ ਦਾ ਪਿਛਲੇ 7 ਮਹੀਨੇ ਦਾ ਜਿਹੜਾ ਜਾਂ ਪਿਛਲੇ ਸਮੇਂ ਦਾ ਜਿਹੜਾ ਬਕਾਇਆ ਖੜਾ ਸੀ ਕੋਰੋਨਾ ਦੇ ਵਿੱਚ 2020 ਦਾ, ਉਹ ਅਸੀਂ ਮਾਫ ਕਰ ਦਿੱਤਾ ਹੈ। ਇਹਦੇ ਵਿੱਚ 60,000 3 ਵੀਲਰ ਟੈਕਸੀ ਆਪਰੇਟਰ ਆਉਂਦੇ ਹੈ, ਉਹਨਾਂ ਨੂੰ ਰਾਹਤ ਮਿਲਣੀ ਹੈ ਤੇ 3 ਵੀਲਰਾਂ ਵਾਲਿਆਂ ਦਾ ਅੱਗੇ ਨੂੰ ਵੀ ਟੈਕਸ ਮਾਫ ਕਰ ਦਿੱਤਾ ਹੈ ਤੇ ਪੁਰਾਣਾ ਬਕਾਇਆ ਵੀ ਮਾਫ ਕਰ ਦਿੱਤਾ ਗਿਆ ਹੈ। ਜਿਹੜੀਆਂ ਉਹਨਾਂ ਤੇ ਜੁਰਮਾਨੇ ਹੋਏ ਸੀ, ਲਗਭਗ 30,000 3 ਵੀਲਰ ਵਾਲੇ ਹੈ, ਉਹਨਾਂ ਦੇ ਜੁਰਮਾਨੇ ਮਾਫ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ। ਕਾਨੂੰਨੀ ਅੜਚਨ ਸੀਗੀ, ਲੋਕ ਅਦਾਲਤ ਲਾ ਕੇ ਉਹਨਾਂ ਦਾ ਜੇ 10,000 ਵੀ ਜੁਰਮਾਨਾ ਹੈ ਤਾਂ 1 ਰੁਪਿਆ ਜੁਰਮਾਨਾ ਉਹਨਾਂ ਤੋਂ ਲੈ ਕੇ ਕਾਨੂੰਨੀ ਅੜਚਨ ਦੂਰ ਕਰਕੇ ਮਾਫ ਕਰ ਦਿੱਤਾ ਜਾਏਗਾ। ਮਿੰਨੀ ਬੱਸਾਂ ਤੇ ਟੈਕਸ ਪਹਿਲਾਂ 30,000 ਸੀ, ਹੁਣ ਪੰਜਾਬ ਸਰਕਾਰ ਨੇ 20,000 ਕਰ ਦਿੱਤਾ ਸਾਲ ਦਾ। ਇਹ ਜਿਹੜਾ ਮੈਂ ਤੁਹਾਨੂੰ 60,000 ਗੱਡੀਆਂ ਦੱਸੀਆਂ, ਉਹਨਾਂ 'ਚ ਧਾਰਮਿਕ ਸੰਸਥਾਵਾਂ ਦੀਆਂ ਗੱਡੀਆਂ ਨੂੰ ਵੀ ਛੋੜ ਦਿੱਤੀ ਗਈ ਹੈ ਮੋਟਰ ਵਹੀਕਲ ਐਕਟ ਦੇ ਵਿੱਚ ਕੋਰੋਨਾ ਦੇ ਟਾਈਮ ਦੇ ਟੈਕਸ ਦੀ। ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਆਏ, ਇਹ ਤੁਹਾਨੂੰ ਜਾਣਕਾਰੀ ਦੇਣੀ ਸੀ। ਇਸ ਤੋਂ ਇਲਾਵਾ 2-3 ਅਹਿਮ ਫੈਸਲੇ ਅਸੀਂ ਲਏ ਹੈ
ਜਿਹੜੇ ਕਿ ਪਰਸੋਂ ਨੂੰ ਦੁਬਾਰੇ ਕੈਬਨਿਟ ਦੇ ਵਿੱਚ ਪਾਸ ਹੋਣਗੇ। ਉਹਦੇ ਵਿੱਚ ਕਿਉਂਕਿ ਕ੍ਰਿਸਮਸ ਆ ਰਹੀ ਹੈ, ਕ੍ਰਿਸਚਨ ਭਰਾਵਾਂ ਨੇ ਡਿਮਾਂਡ ਕੀਤੀ ਹੈ ਕਿ ਯीशु ਮਸੀਹ ਜੀ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਜਾਵੇ। ਸੋ ਉਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਯीशु ਮਸੀਹ ਜੀ ਦੇ ਨਾਮ ਤੇ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਬਾਰੇ, ਬਾਈਬਲ ਦੇ ਵਿੱਚ ਉਹਨਾਂ ਨੇ ਕਿਆ ਸੰਦੇਸ਼ ਦਿੱਤੇ ਹੈ, ਉਹਦੇ ਬਾਰੇ ਇੱਕ ਪੂਰੀ ਰਿਸਰਚ ਤੇ ਚੇਅਰ ਸਥਾਪਿਤ ਕੀਤੀ ਜਾਏਗੀ। ਇਸ ਤੋਂ ਇਲਾਵਾ ਹਰ ਮੁਸਲਿਮ ਅਤੇ ਕ੍ਰਿਸਚਨ ਬਰਾਦਰੀ ਨੂੰ ਜਿੱਥੇ ਜਿੱਥੇ ਗ੍ਰੇਵ ਯਾਰਡ ਦੀ ਜ਼ਰੂਰਤ ਹੈ ਉਹ ਪੰਜਾਬ ਸਰਕਾਰ ਬਣਾ ਕੇ ਦੇਗੀ। ਤੀਸਰਾ, ਇੱਕ ਅਹਿਮ ਫੈਸਲਾ ਪੰਜਾਬ ਸਰਕਾਰ ਕਰ ਰਹੀ ਹੈ ਕਿ ਗੀਤਾ, ਭਗਵਦ ਗੀਤਾ ਅਤੇ ਰਮਾਇਣ ਇਹਨਾਂ ਤੇ ਇੱਕ ਅਧਿਐਨ ਸੈਂਟਰ ਪਟਿਆਲੇ ਦੇ ਵਿੱਚ ਪੰਜਾਬ ਸਰਕਾਰ ਬਣਾ ਰਹੀ ਹੈ। ਜਿਹੜੀ ਓਪਨ ਯੂਨੀਵਰਸਿਟੀ ਦੀ ਜਗ੍ਹਾ ਹੈ ਉਹਦੇ ਨਾਲ ਉਸੇ ਜਗ੍ਹਾ ਦੇ ਵਿੱਚ ਵੱਖਰੀ ਇੱਕ ਜਗ੍ਹਾ ਅਲਾਟ ਕਰਕੇ ਉਹਦੇ 'ਚ ਅਧਿਐਨ ਸੈਂਟਰ ਬਣਾਇਆ ਜਾ ਰਿਹਾ ਹੈ। ਤੇ ਇੱਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਡੇਰਾ ਬੱਲਾ ਵਿਖੇ ਪਟਿਆਲੇ ਜਿਹੜਾ ਅਧਿਐਨ ਸੈਂਟਰ ਬਣ ਰਿਹਾ ਉਹਦੇ ਵਾਸਤੇ 10 ਕਰੋੜ ਰੁਪਏ ਭੇਜੇ ਜਾ ਰਹੇ। ਡੇਰਾ ਬੱਲਾ ਵਿਖੇ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਇੱਕ ਅਧਿਐਨ ਸੈਂਟਰ ਬਣਾਇਆ ਜਾਏਗਾ, ਜਿਹਦੇ ਵਾਸਤੇ ਵੱਖਰੇ ਤੌਰ ਤੇ ਉੱਥੇ 100 ਏਕੜ ਜ਼ਮੀਨ ਖਰੀਦੀ ਜਾ ਰਹੀ। ਸੋ ਇਹ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਕਿ ਜਨਰਲ ਕਾਸਟ ਵਾਸਤੇ ਕਮਿਸ਼ਨ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ, ਜਿਹੜਾ ਕਿ ਪਰਸੋਂ ਨੂੰ ਕੈਬਨਿਟ ਦੇ ਵਿੱਚ ਪਾਸ ਕੀਤਾ ਜਾਏਗਾ। ਇਹ ਸਾਡੇ ਨਵੇਂ ਫੈਸਲੇ ਹੈ ਤੇ ਨਵੀਆਂ ਰਾਹਤਾਂ ਪੰਜਾਬ ਦੇ ਲੋਕਾਂ ਨੂੰ ਤੇ ਨਵੀਂ ਪਾਲਿਸੀ ਜਿਹੜੀ ਹੈ ਉਹ ਤੁਹਾਨੂੰ ਮੈਂ ਦੱਸੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਉਹਦਾ ਹੈਗਾ ਸੀ ਜੀ ਇਹਨਾਂ ਨੂੰ 1 ਕਰੋੜ ਰੁਪਏ ਆਪਾਂ ਉਹ ਵੱਖਰਾ ਹੋ ਚੰਨੀ ਸਾਹਿਬ, ਇੱਕ ਦੱਸਣਾ ਕਿ ਕਿਸਾਨ ਕਾਫੀ ਪ੍ਰੋਟੈਸਟ ਕਰ ਰਹੇ ਹੈਗੇ ਆ, ਉਹ ਕਰਜ਼ੇ ਮਾਫੀ ਦਾ ਬਾਰ-ਬਾਰ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਹੈ ਔਰ ਇਹਨਾਂ ਬਾਰੇ ਸੀ ਉਹ ਕਿਉਂਕਿ ਕੱਲ੍ਹ ਜਿਹੜਾ ਬਿਲਕੁਲ ਰੇਲ ਗੱਡੀਆਂ ਰੋਕ ਕੇ ਰੱਖੀਆਂ ਨੇ ਉਹਨਾਂ ਬਾਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮੀਟਿੰਗ ਵਾਸਤੇ ਟਾਈਮ ਮੰਗਿਆ। ਅਸੀਂ 17 ਤਰੀਕ ਤੈਅ ਕੀਤੀ ਸੀ, ਲੇਕਿਨ ਅੱਜ ਕੁਝ ਜਥੇਬੰਦੀਆਂ ਦੇ ਟਾਈਮ ਗੱਲ ਆਈ ਹੈ ਕਿ ਅਸੀਂ 17 ਤਰੀਕ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ। ਇਸ ਕਰਕੇ ਇਹ ਤਰੀਕ ਹੈ ਜਿਹੜੀ 20 ਤਰੀਕ ਕਰ ਦਿੱਤੀ ਜਾਵੇ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ ਤੇ ਹੋਰ ਸਮੱਸਿਆਵਾਂ ਬਾਰੇ। ਉਹਦੇ ਵਿੱਚ ਕਿਸਾਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਫੈਸਲਾ ਲਿਆ ਜਾਏਗਾ। ਸੀਐਮ ਸਾਹਿਬ ਇੱਕ ਜਿਹੜਾ ਕੱਲ ਇੱਕ ਜਿਹੜੀ ਐਸਟੀਐਫ ਦੀ ਉਹ ਚਿੱਠੀ ਹੈ ਖਾਨ ਸਾਹਿਬ ਦੀ ਬਾਹਰ ਵਾਇਰਲ ਹੋਈ ਹੈ ਔਰ ਉਹਨੇ ਗੱਲ ਕਹੀ ਹੈ ਕਿ ਇਹਦੇ ਵਿੱਚ ਕੁਝ ਹੈ ਨਹੀਂ ਤਾਂ ਆਪਾਂ ਕੀ ਐਕਸ਼ਨ ਲੈ ਸਕਦੇ ਹਾਂ। ਕਿਹਦੀ ਅਸਥਾਨਾ ਜੀ ਦੀ ਜਿਹੜੀ ਰਿਪੋਰਟ ਲੀਕ ਹੋਈ ਹੈ ਉਹਦੇ ਤੇ ਅਸੀਂ FIR ਦਰਜ ਕਰਾ ਰਹੇ ਔਰ ਪਤਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਲੀਕ ਕੀਤੀ ਗਈ ਹੈ, ਫਾਈਲਾਂ ਨੂੰ ਕਿਸ ਤਰ੍ਹਾਂ ਲੀਕ ਹੋਇਆ, ਕਿਸ ਤਰ੍ਹਾਂ ਤਰੀਕੇ ਦੇ ਨਾਲ ਉਹ ਛੁੱਟੀ ਪਰ ਗਏ ਹੈ। ਸਾਰਾ ਕੁਝ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਡਾਕੂਮੈਂਟ ਹੈ ਕਿਸ ਤਰ੍ਹਾਂ ਲੀਕ ਹੋਇਆ ਉਹਦੇ ਤੇ FIR ਦਰਜ ਹੋ ਕੇ ਤਹਿਕੀਕਾਤ ਕੀਤੀ ਜਾਏਗੀ। ਸੀਐਮ ਸਾਹਿਬ ਇੱਕ ਤੁਸੀਂ ਕਹੇ 36000 EMPLOYEES ਨੂੰ ਰੈਗੂਲਰ ਕਰਨਾ ਹੈ। ਸੀਐਮ ਸਾਹਿਬ 36000 EMPLOYEES ਨੂੰ ਰੈਗੂਲਰ ਕਰਨਾ, ਪਰ ਨੋਟੀਫਿਕੇਸ਼ਨ ਇਸ ਤਰ੍ਹਾਂ ਹੈ ਕਿ ਗਵਰਨਰ ਸਾਹਿਬ ਕੋਲ 2 ਵਾਰ ਫਾਈਲ ਜਾਂਦੀ ਹੈ, ਫਾਈਲ ਗਈ ਹੋਈ ਹੈ, 1-2 ਦਿਨਾਂ 'ਚ ਆ ਜਾਏਗੀ। ਸਾਨੂੰ ਪੂਰੀ ਆਸ ਹੈ, ਅਸੀਂ ਪਿੱਛੇ ਲੱਗੇ ਹੋਏ ਹੈ, ਨਾਲ ਲੱਗਦੀ ਅਸੀਂ 5-7 ਦਿਨਾਂ ਵਿੱਚ ਉਹਨਾਂ ਨੂੰ ਪੱਕੇ ਕਰਨ ਦੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਦਾਂਗੇ, ਲੈਟਰ ਜਾਰੀ ਕਰ ਦਾਂਗੇ। ਹਾਂ, ਉਹਦੇ ਤੇ ਅੱਜ ਵੀ ਡਿਸਕਸ਼ਨ ਹੋਈ ਹੈ, ਚੱਲ ਰਹੀ ਹੈ ਉਹਦੇ ਤੇ ਕਮੇਟੀ ਬਣਾਈ ਹੈ। ਅਸੀਂ 2-4 ਦਿਨਾਂ 'ਚ ਅਸੀਂ ਰਿਪੋਰਟ ਦੇ ਦਾਂਗੇ ਹਾਇਰ ਐਜੂਕੇਸ਼ਨ ਦੇ ਮਿਨਿਸਟਰ ਸਾਹਿਬ ਉਹਨਾਂ ਨੇ ਕਿਹਾ ਕਿ ਲੀਗਲ ਹਿੱਸਿਸ ਨੇ ਕਿ ਜਿਹੜਾ SPF ਦੀ ਰਿਪੋਰਟ ਹੈ ਉਸਨੂੰ ਅਸੀਂ ਫਰਦਰ ਉਹ ਨਹੀਂ ਕਰ ਸਕਦੇ ਨੇ। ਉਹ ਜਿਹੜੀ ਚਿੱਠੀ ਲੀਕ ਹੋਈ ਹੈ ਉਹ ਅੱਧਾ ਵਰਜਨ ਹੈ। ਉਸੇ ਬੰਦੇ ਦੀ ਹੱਥ ਲਿਖ ਚਿੱਠੀ ਇੱਕ ਹੋਰ ਵੀ ਹੈਗੀ ਹੈ ਰਿਪੋਰਟ, ਉਹ ਅਜੇ ਪ੍ਰੈਸ ਦੇ ਸਾਹਮਣੇ ਨਹੀਂ ਆਈ। ਉਹ ਜਿਹੜਾ ਤੁਹਾਡੇ ਵਾਲੀ ਜਿਹੜੀ ਇਸ ਟਾਈਮ ਜਿਹੜੇ ਬੰਦਿਆਂ ਨੂੰ ਡਰ ਹੈ ਕਿ ਉਹਨਾਂ ਤੇ ਕਾਰਵਾਈ ਹੋਏਗੀ, ਜਿਹੜੀਆਂ ਬੜੀਆਂ ਬੱਚੀਆਂ ਨਸ਼ਿਆਂ ਦੇ ਵਿੱਚ, ਜਿਹੜਿਆਂ ਨੂੰ ਹੁਣ ਭੰਬਲ ਪੁੱਸਾ ਪਿਆ ਹੋਇਆ ਔਰ ਭੱਜਣ ਲੱਗੇ ਹੋਏ,
ਜਿਹੜਿਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਾਡੇ ਅਫਸਰਾਂ ਨੂੰ ਧਮਕੀਆਂ ਦੇ ਰਹੇ, ਉਹਨਾਂ ਨੇ ਲੀਕ ਕੀਤੀ ਸੀ। ਲੇਕਿਨ ਉਹ ਬਹੁਤ ਛੋਟਾ ਪੋਰਸ਼ਨ ਹੈ, ਉਹ ਪੋਰਸ਼ਨ ਦਾ ਮਹੱਤਵ ਕੋਈ ਨਹੀਂ ਹੈ, ਉਸ ਤੋਂ ਅੱਗੇ ਤੇ ਪਿੱਛੇ ਦਾ ਮਹੱਤਵ ਹੈ ਜਿਹੜੀ ਅਸਲੀ ਰਿਪੋਰਟ ਹੈ। ਚੰਨੀ ਸਾਹਿਬ ਕੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਊਗੀ? ਮੈਂ ਕੋਈ ਨਹੀਂ ਹੈ ਕਿਸੇ ਦੀ ਗ੍ਰਿਫਤਾਰੀ ਕਰਨੇ ਵਾਲਾ, ਨਾ ਹੀ ਮੈਂ ਕਿਸੇ ਦੀ ਖਾਸ ਬੰਦੇ ਵਿਅਕਤੀ ਦੇ ਉੱਤੇ ਗੱਲ ਕਰਦਾ। ਕਾਨੂੰਨ ਆਪਣਾ ਤਰੀਕਾ ਅਪਣਾ ਰਿਹਾ, ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੰਮ ਕਰਨਾ ਹੈ। ਮੈਂ ਤੁਹਾਨੂੰ ਕਿਸੇ ਦਾ ਨਾਮ ਨਹੀਂ ਲਿਆ, ਮੈਂ ਕਿਹਾ ਨਸ਼ੇ ਦੀਆਂ ਵੱਡੀਆਂ ਮੱਛੀਆਂ ਨੂੰ ਬਖਸ਼ਿਆ ਨਹੀਂ ਜਾਏਗਾ, ਤੇ ਵੱਡੀਆਂ ਮੱਛੀਆਂ ਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਕਿਸੇ ਦਾ ਨਾਮ ਲੈ ਰਹੇ, ਤੁਹਾਨੂੰ ਉਹ ਵੱਡੀ ਨਹੀਂ। ਮੈਂ ਇਹ ਕਹਿ ਰਿਹਾ ਕਿ ਆਪਣੀ ਆਪਣੀ ਸੋਚ ਹੈ, ਇਸੇ ਕਰਕੇ ਜਿਨ੍ਹਾਂ ਦੀ ਦਾੜੀ ਦੇ ਵਿੱਚ ਤਿਣਕਾ ਹੈ, ਜਿਹੜਾ ਬੰਦਿਆਂ ਨੇ ਸਾਰੇ ਕੁਕਰਮ ਕੀਤੇ ਹੈ, ਉਹ ਕੋਰਟ ਦੇ ਵਿੱਚ ਵੀ ਬੈਠੇ ਜਾਂਦੇ ਹੈ। ਉਹੀ ਜਾ ਰਹੇ ਆ। ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੂੰ ਕੌਣ ਹੈ ਭਾਈ, ਤੈਨੂੰ ਡਰ ਹੈ ਕੋਈ ਅੰਦਰ ਤਾਂ ਤੂੰ ਆਇਆ, ਤੂੰ ਕਰਨੇ ਵਾਲਾ ਸਾਰਾ ਕੁਝ, ਇਹ ਕੋਰਟ ਨੇ ਉਹਨਾਂ ਨੂੰ ਕਿਹਾ। ਔਰ ਉਹੀ ਲੋਕ ਅੱਜ ਸਾਡੇ ਅਫਸਰਾਂ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਪੁਲਿਸ ਨੇ ਬਹੁਤ ਵੱਡੇ ਕੰਮ ਕੀਤੇ ਹੋਏ ਆ, ਤਾਂ ਇਹ ਵੀ ਕਰੇਗੀ। ਸੀਐਮ ਸਾਹਿਬ ਸੁਖਬੀਰ ਸਿੰਘ ਬਾਦਲ ਹਰ ਇੱਕ ਮੰਚ ਤੇ ਹੁਣ ਇਹ ਵੀ ਗੱਲ ਕਰ ਰਹੇ ਨੇ ਕਿ ਪੰਜਾਬ 'ਚ ਜਿਹੜੀ ਤੁਹਾਡੀ ਸਰਕਾਰ ਹੈ ਉਹ ਉਹਨਾਂ ਨੂੰ ਔਰ ਵਿਕਰਮ ਮਜੀਠੀਆ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਝੂਠੇ ਮਾਮਲੇ ਜਿਹੜੇ ਨੇ, ਝੂਠੇ ਗਵਾਹ ਜਿਹੜੇ ਨੇ ਉਹ ਤਿਆਰ ਕਰਾਏ ਜਾ ਰਹੇ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਇਸ ਲਈ ਅਫਸਰਾਂ ਤੇ ਵੀ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਪਰਚੇ ਦਰਜ ਕਰੋ ਤੇ ਉਹਨਾਂ ਨੂੰ ਅੰਦਰ ਡੱਕੋ। ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇੰਨੇ ਡਰੇ ਵੇ ਕਾਤੇ ਹੈ, ਇੰਨੇ ਕਿਉਂ ਡਰਦੇ ਆ? ਹੁਣ ਜਦੋਂ ਗਲਤ ਕੰਮ ਕਰਦੇ ਸੀ ਉਦੋਂ ਨਹੀਂ ਸੋਚਣਾ ਸੀ। ਇਸ ਕਰਕੇ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਕੋਈ ਇਹੋ ਜਿਹੀ ਸੋਚ ਨਹੀਂ ਹੈ। ਜਿਹੜੇ ਬੰਦਿਆਂ ਨੇ ਬੇਅਦਬੀ ਕਰਾਈ ਹੈ ਉਹ ਸਾਹਮਣੇ ਆਣਗੇ, ਜਿਨ੍ਹਾਂ ਨੇ ਨਸ਼ੇ ਵੇਚੇ ਹੈ, ਨਸ਼ੇ ਬਕਵਾਏ ਹੈ, ਉਹਨਾਂ ਦੀ ਸਰਪ੍ਰਸਤੀ ਕੀਤੀ ਹੈ, ਪੰਜਾਬ ਦੇ ਨੌਜਵਾਨੀ ਨੂੰ ਗਾਲਿਆ ਹੈ, ਉਹ ਲੋਕ ਸਾਹਮਣੇ ਆਣੇ ਚਾਹੀਦੇ ਹੈ। ਔਰ ਸਾਡੀ ਇਹ ਮੋਰਲ ਦੇ ਨਾਲ ਇੱਕ ਡਿਊਟੀ ਹੈ। ਅਸੀਂ ਜੇ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਹੀ ਕਾਨੂੰਨ ਕਰੀਏ, ਤਾਂ ਕਾਨੂੰਨ ਸਹੀ ਕੰਮ ਹੀ ਕਰੇਗਾ। ਕਦੇ ਕਿਤੇ ਵੀ ਝੁਕਾਂਗੇ ਨਹੀਂ, ਲੇਫਾਂਗੇ ਨਹੀਂ, ਡਰਾਂਗੇ ਨਹੀਂ। ਜਿੰਨਾ ਜੀਵਨ ਹੈ ਇਮਾਨਦਾਰੀ ਔਰ ਨੇਕ ਨੀਤੀ ਨਾਲ ਕਿਸੇ ਨੂੰ ਗਲਤ ਫਸਾਣਾ ਨਹੀਂ। ਲੇਕਿਨ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ, ਉਹ ਬਖਸ਼ੇ ਜਾਣ। ਇਹ ਵੀ ਸਾਡਾ ਕੋਈ ਇਹ ਕਦੋਂ ਤੱਕ ਹੋ ਜੂਗੀ ਕਾਰਵਾਈ? ਇਹ ਦੇਖੋ, ਇਹ ਕਾਨੂੰਨ ਹੈ। ਅਗਲੇ ਹਾਈ ਕੋਰਟ ਵਿੱਚ ਵੀ ਪੰਗੇ ਲੈ ਰਹੇ ਹੈ, ਅੜਿੱਕੇ ਉਡਾ ਰਹੇ ਹੈ, ਅਫਸਰਾਂ ਨੂੰ ਵੀ ਚੱਕ ਚਕਾਈ ਹੋ ਰਹੀ ਹੈ। ਕਿਸੇ ਨੂੰ, ਤੁਹਾਨੂੰ ਸਾਰਾ ਕੁਝ ਪਤਾ ਹੈ ਯਾਰ, ਤੁਸੀਂ ਮੈਨੂੰ ਪੁੱਛਦੇ ਹੋ। ਹਾਈ ਕੋਰਟ ਨੇ ਤਾਂ ਇਹ ਗੱਲ ਕਹੀ ਹੈ ਕਿ ਅਸੀਂ ਰੋਕੇ ਨਹੀਂ ਸਰਕਾਰ ਨੂੰ ਕਾਰਵਾਈ ਕਰਨ ਤੋਂ। ਫਿਰ ਅਸੀਂ ਕਿਹੜੇ ਰੁਕ ਰਹੇ ਹਾਂ?